ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਧੰਨ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹਿਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਜਾ। ਤਿਨ ਸੁਨੀ ਦੇ ਫਿਰੇ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਜਾ। ਤਿਨ ਸੁਨੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਜਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਗੁਰ ਗਿਆਨ ਦਿਓ ਮਨ ਸਮਝਾ, ਰਹਾਓ ਹਰ ਕੀਰਤ ਕਲ ਜੁਗ ਪਦ ਉਤਮ। ਹਰ ਪਾਈਏ ਸਤਿਗੁਰ ਮਾਝਾ, ਹਉ ਬਲਹਾਰੇ ਸਤਿਗੁਰ ਆਪਣੇ। ਜਿਨ ਗੁਪਤ ਨਾਮ ਪਰਗਾਜਾ, ਦਰਸ਼ਨ ਸਾਧ ਮਿਲਿਓ ਵੱਡ ਭਾਗੀ। ਸਭ ਕਿਲ ਬਿਖ ਗਏ ਗਵਾਜਾ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀ, ਇਸ ਸ਼ਬਦ ਨੂੰ ਸਮਝਣ ਦੇ ਲਈ ਸਾਨੂੰ ਰਹਾਓ ਦੇ ਬੰਦ ਤੋਂ ਵਿਚਾਰ ਕਰਨੀ ਪੈਣੀ।
ਦੁਨੀਆ ਦੀ ਕਿਸੇ ਵੀ ਕਾਵ ਰਚਨਾ ਦੇ ਵਿੱਚ ਨਾ ਸਾਧ ਸੰਗਤ, ਕਿਸੇ ਸ਼ਬਦ ਦੇ ਵਿੱਚ, ਦੁਨੀਆ ਦੀ ਕਿਸੇ ਵੀ ਕਾਵ ਰਚਨਾ ਵਿੱਚ, ਕਵਿਤਾ ਵਿੱਚ, ਲੇਖ ਵਿੱਚ ਰਹਾਉ ਸ਼ਬਦ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਲਗਭਗ 99% ਸ਼ਬਦਾਂ ਦੇ ਵਿੱਚ ਰਹਾਉ ਸ਼ਬਦ ਆਉਂਦਾ ਹੈ। ਇਹ ਰਹਾਉ ਦਾ ਅਰਥ ਹੁੰਦਾ ਹੈ ਠਹਿਰਾਓ, ਸਟਾਪ, ਇੱਥੇ ਠਹਿਰੋ। ਕਿਉਂ ਜੀ? ਗੁਰੂ ਕਹਿੰਦੀ ਹੈ ਸ਼ਬਦ ਦੇ ਇਸ ਪੰਕਤੀ ਦੇ ਉੱਤੇ ਰਹਾਓ, ਭਾਵ ਠਹਿਰੋ, ਇਸ ਪੰਕਤੀ ਉੱਤੇ ਵਿਚਾਰ ਕਰੋ, ਇਹਨੂੰ ਵਿਚਾਰੋ, ਫਿਰ ਸਾਰੇ ਸ਼ਬਦ ਨੂੰ ਵਿਚਾਰਿਓ। ਗੁਰਬਾਣੀ ਵਿੱਚ ਰਹਾਉ ਦਾ ਬੰਦ ਕਹਿੰਦਾ ਵੀ ਪਹਿਲੋਂ ਮੈਨੂੰ ਵਿਚਾਰੋ। ਰਹਾਉ ਦਾ ਜਿਹੜਾ ਬੰਦ ਆ ਉਹ ਸੈਂਟਰਲ ਆਈਡੀਆ ਹੈ ਸ਼ਬਦ ਦਾ, ਉਹ ਮੇਨ ਥੀਮ ਆ, ਉਹ ਸਬਜੈਕਟ ਆ, ਤੇ ਸ਼ਬਦ ਦੀ ਸਾਰੀ ਵਿਆਖਿਆ ਬਾਕੀ ਬੰਦਾਂ ਚ ਹੁੰਦੀ ਹੈ, ਬਾਕੀ ਬੰਦਾਂ ਚ। ਹੁਣ ਅਸੀਂ ਰਹਾਉ ਦਾ ਬੰਦ ਸਮਝ ਲਿਆ ਨਾ ਸਾਧ ਸੰਗਤ ਸ਼ਬਦ ਦੇ ਵਿੱਚ, ਤੇ ਸਾਰੇ ਸ਼ਬਦ ਦੀ ਸਾਨੂੰ ਸਮਝ ਜਿਹੜੀ ਆ ਜਾਏਗੀ। ਹੁਣ ਅਸੀਂ ਰਹਾਉ ਦੇ ਬੰਦ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਆ, ਮੇਰੇ ਮਨ, ਹੇ ਮੇਰੇ ਮਨਾ। ਇਹਦਾ ਮਤਲਬ ਕਿ ਮਨ ਨੂੰ ਸੰਬੋਧਨ ਕੀਤਾ ਜਾ ਰਿਹਾ, ਮਨ ਨੂੰ ਮੁਖਾਤਬ ਕੀਤਾ ਜਾ ਰਿਹਾ, ਆਪਣੇ ਮਨ ਨੂੰ। ਗੁਰਬਾਣੀ ਦੇ ਵਿੱਚ ਨਾ ਇੱਕ ਤਰੀਕਾ, ਢੰਗ ਵਰਤਿਆ ਹੈ ਦੁਨੀਆ ਨੂੰ ਸਮਝਾਉਣ ਵਾਸਤੇ ਵੀ ਆਪਣੀ ਮਨ ਨੂੰ ਗੁਰੂ ਨੇ ਸੰਬੋਧਨ ਕਰ ਲਿਆ। ਭੋਗ ਦੇ ਸ਼ਲੋਕ ਸਾਰੇ ਪੜੋ, ਮਨ ਨੂੰ ਸੰਬੋਧਨ। ਆਨੰਦ ਸਾਹਿਬ ਦੀ ਬਾਣੀ ਪੜੋ, 6 ਪੌੜੀਆਂ ਅਸੀਂ ਪੜ੍ਹਦੇ ਹਾਂ, ਉੱਥੇ ਮਨ ਨੂੰ ਸੰਬੋਧਨ। ਇਹ ਮਨ ਪਿਆਰਿਆ, ਹੁਣ ਉੱਥੇ ਮਨ ਨੂੰ ਸੰਬੋਧਨ ਹੈ। ਹੁਣ ਇੱਥੇ ਹਜ਼ੂਰ ਕਹਿੰਦੇ ਨੇ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਕੈਸੀ ਕਮਾਲ ਦੀ ਗੱਲ ਕਹੀ ਜੀ। ਕਹਿੰਦੇ ਨੇ, ਹੇ ਮੇਰੇ ਮਨਾ, ਤੂੰ ਹਰ ਵਾਹਿਗੁਰੂ ਦੇ ਨਾਮ ਨੂੰ ਜਪ। ਮੇਰੇ ਮਨ ਜਪ ਰਾਮ ਨਾਮ, ਰਾਮ ਦੇ ਨਾਮ ਨੂੰ, ਵਾਹਿਗੁਰੂ ਦੇ ਨਾਮ ਨੂੰ, ਅੱਲਾ ਦੇ ਨਾਮ ਨੂੰ। ਉਹ ਤੇ ਇੱਕੋ ਹੀ ਨਾਮ, ਉਹਦੇ ਅਨੇਕਾਂ ਆ। ਵੀ ਹੇ ਮੇਰੇ ਮਨਾ, ਤੂੰ ਰੱਬ ਨੂੰ ਜਪ, ਤੂੰ ਵਾਹਿਗੁਰੂ ਨੂੰ ਜਪ। ਮੇਰੇ ਮਨ ਜਪ ਰਾਮ ਨਾਮ ਹਰ, ਉਹ ਹਰੀ ਆ, ਤੇ ਮਾਝਾ ਦਾ ਅਰਥ ਇਹਦਾ ਵਿੱਚ। ਕਹਿੰਦੇ ਉਹ ਜਿਹੜਾ ਹਰੀ ਹੈ ਨਾ, ਉਹ ਤੇਰੇ ਵਿੱਚ ਹੀ ਆ, ਰੱਬ ਤੇਰੇ ਵਿੱਚ ਹੀ ਆ, ਉਹਦਾ ਨਾਮ ਜਪ। ਕਿੰਨੀ ਸੌਖੀ, ਕਿੰਨੀ ਵੱਡੀ ਗੱਲ ਹੈ ਵੀ ਉਹ ਰੱਬ ਤੇਰੇ ਅੰਦਰ ਆ ਮਨਾ, ਤੇ ਹੇ ਮਨਾ ਤੂੰ ਉਹਦਾ ਨਾਮ ਜਪ। ਉਹ ਬਾਹਰ ਕਿਤੇ ਨਹੀਂ, ਉਹ ਕਦੇ ਦੂਰ ਨਹੀਂ ਗਿਆ, ਉਹ ਤੇਰੇ ਅੰਦਰ ਹੈ। ਹੁਣ ਅਸੀਂ ਇੱਕ ਪੰਕਤੀ ਰਹਾਉ ਦੀ ਸਮਝ ਲਈ ਸਾਧ ਸੰਗਤ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ। ਹੇ ਮੇਰੇ ਮਨਾ, ਤੂੰ ਜਪ ਰੱਬ ਨੂੰ, ਉਹਦੇ ਨਾਮ ਨੂੰ, ਤੇ ਉਹ ਰੱਬ ਤੇਰੇ ਅੰਦਰ ਆ। ਹੇ ਮਨਾ, ਤੇਰੇ ਅੰਦਰ ਆ। ਹੁਣ ਅਗਲੀ ਗੱਲ, ਇਹ ਮੈਂ ਤਾਂ ਜ਼ੋਰ ਜ਼ਿਆਦਾ ਲਾ ਰਿਹਾ ਜੀ ਕਿ ਰਹਾਉ ਦਾ ਬੰਦ ਸਾਨੂੰ ਸਮਝ ਆ ਗਿਆ, ਫਿਰ ਸਾਰਾ ਸ਼ਬਦ ਸਮਝ ਆ ਜਾਏਗਾ। ਇਸ ਸ਼ਬਦ ਦੇ ਅਰਥ ਜਿਹੜੇ ਆ ਲਗਭਗ ਉਹ ਸਹੀ ਨਹੀਂ ਕੀਤੇ ਗਏ, ਕਿਤਾਬਾਂ ਦੇ ਵਿੱਚ ਵੀ ਸਹੀ ਨਹੀਂ ਆਏ। ਹੁਣ ਇਸ ਤੋਂ ਅੱਗੇ ਹਜ਼ੂਰ ਕਹਿੰਦੇ ਨੇ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੇ। ਹਰੀ ਹਰੀ ਪ੍ਰਮਾਤਮਾ ਵਾਹਿਗੁਰੂ ਨੇ, ਹਰ ਹਰ ਕਿਰਪਾਲ, ਉਹ ਕਿਰਪਾਲੂ ਆ, ਕਿਰਪਾ ਪ੍ਰਭ ਧਾਰੀ, ਪ੍ਰਮਾਤਮਾ ਨੇ ਕਿਰਪਾ ਕੀਤੀ। ਜਦੋਂ ਰੱਬ ਨੇ ਕਿਰਪਾ ਕੀਤੀ ਨਾ ਕਿਸੇ ਉੱਤੇ, ਜਾਂ ਰੱਬ ਕਿਰਪਾ ਜਦੋਂ ਕਰਦਾ ਹੈ ਤੇ ਕੀ ਹੁੰਦਾ ਹੈ ਜੀ? ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਕਿਰਪਾ ਦੀ, ਰੱਬ ਦੀ ਕਿਰਪਾ ਦੀ ਨਿਸ਼ਾਨੀ ਕੀ ਆ? ਹਜ਼ੂਰ ਕਹਿੰਦੇ ਨੇ, ਗੁਰ ਗਿਆਨ ਦਿਓ ਮਨ ਸਮਝਾ। ਕਹਿੰਦੇ ਨੇ ਰੱਬ ਨੇ ਕਿਰਪਾ ਕੀਤੀ ਤੇ ਮੇਰੇ ਗੁਰੂ ਨੇ ਮੈਨੂੰ ਗਿਆਨ ਦਿੱਤਾ। ਰੱਬ, ਕਿਰਪਾ ਰੱਬ ਦੀ ਆ ਤੇ ਗਿਆਨ ਗੁਰੂ ਦਿੰਦਾ ਹੈ। ਰੱਬ ਨੇ ਕਿਰਪਾ ਕੀਤੀ, ਹੁਕਮ ਕੀਤਾ ਵੀ ਇਹਨੂੰ ਗਿਆਨ ਦੇ, ਗੁਰੂ ਨੇ ਗਿਆਨ ਦੇ ਦਿੱਤਾ। ਗੁਰ ਗਿਆਨ ਦਿਓ, ਗੁਰੂ ਨੇ ਗਿਆਨ ਦਿੱਤਾ। ਤੇ ਜਦੋਂ ਗੁਰੂ ਨੇ ਗਿਆਨ ਦੇ ਦਿੱਤਾ, ਕਿਹਨੂੰ ਭਲਾ? ਗੱਲ ਕਿਹਦੀ ਚੱਲ ਰਹੀ ਆ? ਮਨ ਦੀ।
ਹੁਣ ਸਾਡਾ ਸਰੀਰ ਜਿਹੜਾ ਹੱਡ ਮਾਸ ਆ ਇਹ ਤੇ ਮਨ ਕਰਕੇ ਹੀ ਆ ਨਾ ਜੀ। ਜੇ ਵਿੱਚੋਂ ਮਨ ਨਾ ਹੋਵੇ ਤੇ ਸਰੀਰ ਤਾਂ ਮਿੱਟੀ ਆ ਨਾ। ਤੇ ਧਿਆਨ ਰੱਖਣਾ ਸਾਧ ਸੰਗਤ, ਗੁਰੂ ਕਹਿੰਦੇ ਨੇ ਜਦੋਂ ਨਾਮ ਦਿੱਤਾ ਨਾ, ਮਨ ਸਮਝਾ, ਕਹਿੰਦੇ ਮਨ ਸਮਝ ਗਿਆ, ਮਨ ਨੂੰ ਸਮਝ ਆ ਗਈ ਜੀ। ਫਿਰ ਰੱਬ ਨੇ ਕਿਰਪਾ ਕੀਤੀ ਤੇ ਗੁਰੂ ਨੇ ਗਿਆਨ ਦਿੱਤਾ, ਤੇ ਜਦੋਂ ਗਿਆਨ ਮਿਲਿਆ ਤੇ ਮਨ ਨੂੰ ਸਮਝ ਆ ਗਈ ਪਰਮਾਰਥ ਦੀ, ਪ੍ਰਮਾਤਮਾ ਦੀ, ਖਲਕਤ ਦੀ, ਦੁਨੀਆ ਦੀ ਜਿਹੜੀ ਸਮਝ ਨਹੀਂ ਸੀ ਸਾਧ ਸੰਗਤ, ਉਹ ਧਰਮ ਦੀ ਸਮਝ ਆ ਗਈ, ਉਹ ਰੱਬ ਦੀ ਸਮਝ ਆ ਗਈ, ਉਹ ਨਾਮ ਦੀ ਸਮਝ ਆ ਗਈ। ਪਰ ਉਦੋਂ ਸਮਝ ਆਈ ਜਦੋਂ ਇਸ ਮਨ ਨੂੰ ਗੁਰੂ ਨੇ ਗਿਆਨ ਦਿੱਤਾ। ਤੇ ਸਾਧ ਸੰਗਤ ਹੁਣ ਇਹ ਗੱਲ ਚੱਲ ਰਹੀ ਆ ਮਨ ਦੀ। ਜਿਹੜਾ ਮਨ ਹੈ ਨਾ ਸਾਧ ਸੰਗਤ, ਇਹਦਾ ਵੀ ਜਨਮ ਹੁੰਦਾ ਜੀ। ਹੁਣ ਇਹ ਗੱਲ ਨੋਟ ਕਰ ਲੈਣਾ, ਇਹ ਜਿਹੜਾ ਮਨ ਆ ਇਹਦਾ ਜਨਮ ਹੁੰਦਾ ਹੈ। ਇਸ ਮਨ ਦੀਆਂ ਦੋ ਮਾਵਾਂ ਨੇ, ਇਸ ਮਨ ਦੀਆਂ ਵੀ ਦੋ ਮਾਵਾਂ ਨੇ ਗੁਰੂ ਗ੍ਰੰਥ ਸਾਹਿਬ ਅਨੁਸਾਰ। ਹੁਣ ਦੇਖੋ ਗੁਰੂ ਕਹਿੰਦੇ ਨੇ ਮਾਤਾ ਮਤ ਪਿਤਾ ਸੰਤੋਖ। ਸਾਡੇ ਮਨ ਦੀ ਜਿਹੜੀ ਮਾਂ ਹੈ ਉਹ ਮਾਤਿਆ। ਮਾਤਾ ਕਿਹੜੀ ਆ? ਮਤ, ਬੁੱਧੀ, ਗਿਆਨ ਕਹਿ ਲੋ। ਜਿਹੜਾ ਗਿਆਨ ਆ, ਜਿਹੜੀ ਬੁੱਧੀ ਆ, ਜਿਹੜੀ ਅਕਲ ਆ, ਜਿਹੜੀ ਮਤ ਆ, ਉਹ ਸਾਡੇ ਮਨ ਦੀ ਮਾਂ ਵਾ। ਇਹ ਜਿਹੜਾ ਮਨ ਪੈਦਾ ਹੋਇਆ ਸਾਡੀ ਮਤ ਵਿੱਚੋਂ ਪੈਦਾ ਹੋਇਆ। ਸਾਡਾ ਮਨ ਆ ਸਾਡੀ ਮਤ ਵਿੱਚੋਂ ਹੀ ਪੈਦਾ ਹੋਇਆ। ਤੇ ਗੁਰੂ ਦੇਵ ਕਹਿੰਦੇ ਨੇ, ਹੁਣ ਦੇਖੋ ਜੀ, ਹੁਣ ਮੇਰੇ ਵਰਗਾ ਮੂਰਖ ਅਜੱਡ ਬੰਦਾ, ਅਨਪੜ੍ਹ ਬੰਦਾ ਤੇ ਮਨ ਦੀ ਗੱਲ ਗੁਰਬਾਣੀ ਵਿੱਚ ਪੜ੍ਹ ਕੇ ਆਪਾਂ ਕਿੰਨਾ ਸਾਨੂੰ ਗੁਰੂ ਗਿਆਨਵਾਨ ਕਰਦੇ। ਵੱਡੇ ਵੱਡੇ ਜਿਹੜੇ ਸਕਾਲਰ ਆ ਨਾ, ਉਹਨਾਂ ਨੂੰ ਸ਼ਾਇਦ ਇੰਨਾ ਗਿਆਨ ਨਹੀਂ ਹੋਏਗਾ। ਵੱਡੇ ਵੱਡੇ ਫਿਲਾਸਫਰ ਕੋਲ ਵੀ ਨਾ, ਹਾਂ ਉਹ ਮਨ ਦੀ ਫਿਲਾਸਫੀ ਜ਼ਰੂਰ ਦਿੰਦੇ ਆ, ਪਰ ਜਿਹੜਾ ਸਾਨੂੰ ਏਡਾ ਵੱਡਾ ਰੂਹਾਨੀਅਤ ਦਾ ਸੱਚਾ ਸੁੱਚਾ ਗਿਆਨ ਸਾਡੀ ਝੋਲੀ 'ਚ ਗੁਰੂ ਸਾਹਿਬਾਂ ਨੇ ਪਾ ਦਿੱਤਾ। ਮਾਤਾ ਮਤ ਪਿਤਾ ਸੰਤੋਖ। ਕਹਿੰਦੇ ਜਿਹੜਾ ਸੰਤੋਖ ਆ ਉਹ ਸਾਡੇ ਮਨ ਦਾ ਪਿਤਾ ਆ। ਫਿਰ ਅਗਲੀ ਗੱਲ ਤੇ ਧਿਆਨ ਰੱਖਣਾ। ਪਹਿਲੀ ਗੱਲ ਤੇ ਹੋ ਗਈ ਜੀ, ਜਿਹੜੀ ਮਤ ਆ ਉਹ ਮਾਂ ਵਾ, ਜਿਹੜਾ ਸੰਤੋਖ ਆ ਉਹ ਪਿਤਾ ਹੈ। ਹੁਣ ਇਸ ਤੋਂ ਅਗਲੀ ਗੱਲ, ਮਤ ਦੋ ਤਰ੍ਹਾਂ ਦੀ ਹੁੰਦੀ ਹੈ, ਚੰਗੀ ਮਤ ਤੇ ਭੈੜੀ ਮਤ। ਬਸ ਅੱਗੋਂ ਦੋ ਮਾਵਾਂ ਬਣ ਗਈਆਂ। ਜੇ ਭੈੜੀ ਮਤ ਆ ਤੇ ਜਿਹੜਾ ਮਨ ਆ ਉਹ ਵੀ ਭੈੜਾ ਹੋਏਗਾ, ਕਿਉਂਕਿ ਭੈੜੀ ਮਤ ਵਿੱਚੋਂ ਹੀ ਮਨ ਪੈਦਾ ਹੋਇਆ, ਚੰਗੀ ਮਤ ਵਿੱਚੋਂ ਹੀ ਮਨ ਪੈਦਾ ਹੋਇਆ ਤੇ ਮਨ ਚੰਗਾ। ਇਹ ਜਿਹੜਾ ਮਨ ਆ ਨਾ ਸਾਧ ਸੰਗਤ, ਇਸ ਮਤ ਦਾ ਪੁੱਤਰ ਆ ਤੇ ਮਤ ਇਹਦੀ ਮਾਂ ਆ। ਤੇ ਸੰਤੋਖ ਦਾ ਅਰਥ ਹੁੰਦਾ ਹੈ ਵੀ ਰੱਜਿਆ ਹੋਇਆ ਬੰਦਾ, ਤੇ ਆ ਸੰਤੋਖ ਦਾ ਅਰਥ ਆ ਭੁੱਖੜ ਬੰਦਾ। ਹੁਣ ਸੰਤੋਖ ਵਾਲੀ ਬਿਰਤੀ ਤੇ ਅਨਸੰਤੋਖ ਵਾਲੀ ਬਿਰਤੀ, ਇਹ ਦੋ ਪਿਤਾ ਆ ਮਨ ਦੇ। ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਇਆ ਹੈ, ਦੋਏ ਮਾਈ ਦੋਏ ਬਾਪਾ ਪੜੀਐ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੋ ਮਾਵਾਂ ਨੇ ਤੇ ਦੋ ਬਾਪ ਨੇ ਇਸ ਮਨ ਦੇ। ਇਸ ਅੱਜ ਦੇ ਸ਼ਬਦ ਵਿੱਚ ਗੱਲ ਚੱਲ ਰਹੀ ਆ ਮਨ ਦੀ। ਹੁਣ ਜਦੋਂ ਸਾਨੂੰ ਇੰਨੀ ਸਮਝ ਆ ਗਈ, ਹੁਣ ਆਪਾਂ ਇਹ ਸ਼ਬਦ ਸ਼ੁਰੂ ਕਰ ਸਕਦੇ ਹਾਂ। ਹੁਣ ਦੇਖੋ ਜੀ, ਮਤ ਜਿਹੜੀ ਆ ਉਹ ਦੋ ਤਰ੍ਹਾਂ ਦੀ ਹੁੰਦੀ ਆ। ਦੋ ਤਰ੍ਹਾਂ ਦੀ ਜਿਹੜੀ ਮਤ ਆ, ਚੰਗੀ ਆ ਤੇ ਮਾੜੀ ਆ। ਤੇ ਚੰਗੀ ਤੇ ਮਾੜੀ ਦੋ ਮਾਵਾਂ ਹੋ ਗਈਆਂ ਮਨ ਦੀਆਂ। ਤੇ ਸੰਤੋਖ ਅਨਸੰਤੋਖ ਇਹ ਦੋ ਬਾਪ ਹੋ ਗਏ ਮਨ ਦੇ। ਮਨ ਦਾ ਜਨਮ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਅਨੁਸਾਰ। ਆਓ ਸਾਥ ਹੁਣ ਪਹਿਲੀ ਪੰਕਤੀ ਪੜ੍ਹੀਏ। ਹਜ਼ੂਰ ਕਹਿੰਦੇ ਆ, ਜਿਨ ਹਰ ਹਿਰਦੇ ਨਾਮ ਨਾ ਬਸਿਓ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ ਆਇਆ, ਤੇ ਹਜ਼ੂਰ ਕਹਿੰਦੇ ਨੇ ਤਿੰਨ ਮਾਤ ਕੀਜੇ ਹਰ ਬਾਜਾ। ਕਹਿੰਦੇ ਉਹਨਾਂ ਦੀ ਜਿਹੜੀ ਮਤ ਹੈ ਉਹ ਪਰੇ ਕਿਉਂ ਨਹੀਂ ਚਲੇ ਗਈ। ਜੇ ਮਨ ਦੇ ਵਿੱਚ ਨਾਮ ਨਹੀਂ ਆਇਆ
ਤੇ ਮਨ ਦੀ ਜਿਹੜੀ ਮਾਂ ਵਾ ਉਹ ਹੈ ਮਤ। ਤੇ ਕਹਿੰਦੇ ਫਿਰ ਉਹ ਮਤ ਖਤਮ ਕਿਉਂ ਨਾ ਹੋਗੀ? ਭੈੜੀ ਮਤ, ਭੈੜੀ ਮਤ ਖਤਮ ਕਰੋ। ਗੁਰੂ ਕਹਿੰਦੇ ਨੇ ਆਪਣੇ ਅੰਦਰ ਭੈੜੀ ਮਤ, ਭੈੜੀ ਬੁੱਧੀ ਜਿਹੜੀ ਆ, ਖੋਟੀ ਬੁੱਧੀ ਆ, ਉਹਨੂੰ ਪਰੇ ਕਰੋ, ਉਹਨੂੰ ਹਟਾਓ ਆਪਣੇ ਅੰਦਰ। ਤੇ ਨਾਲ ਹਜ਼ੂਰ ਕਹਿੰਦੇ ਨੇ ਹਰ ਹਰ ਤਿਨ ਸੁਣੀ ਦੇ ਫਿਰੇ ਬਿਨ ਨਾਵੇ। ਕਹਿੰਦੇ ਉਹਨਾਂ ਦੀ ਨਾਮ ਤੋਂ ਬਿਨਾ ਸੁਣੀ ਦੇ ਆ, ਖਾਲੀ ਆ ਨਾਮ ਤੋਂ ਬਿਨਾ। ਇਹਦਾ ਮਤਲਬ ਇਹ ਹੋਇਆ ਸਾਧ ਸੰਗਤ ਵੀ ਇਸ ਜੀਵਨ ਦਾ ਲਾਹਾ ਹੀ ਤਾਂ ਵਾ, ਫਾਇਦਾ ਹੀ ਤਾਂ ਵਾ ਜੇ ਅਸੀਂ ਨਾਮ ਦਾ ਲਾਹਾ ਲੈਨੇ। ਜੇ ਨਾਮ ਦੀ ਕਮਾਈ ਨਾਮ ਨਹੀਂ ਖੱਟਿਆ ਤੇ ਫਿਰ ਇਸ ਜਨਮ ਦਾ ਕੋਈ ਫਾਇਦਾ ਨਹੀਂ ਹੈ। ਜ਼ਿੰਦਗੀ ਤੇ ਹਰ ਜੀਵ ਜੀ ਜਾਂਦਾ ਹੈ, ਅਸੀਂ ਵੀ ਜਿਉ ਲਾਂਗੇ ਨਾਮ ਤੋਂ ਬਿਨਾ, ਪਰ ਗੁਰੂ ਕਹਿੰਦੇ ਆ ਨਾਮ ਤੋਂ ਬਿਨਾ ਇਹ ਸਫਲਾ ਨਹੀਂ ਹੈ ਜਨਮ। ਤਿੰਨ ਸੁਣੀ ਦੇ ਫਿਰੇ ਬਿਨ ਨਾਵੇ, ਓਏ ਖੱਪ ਖੱਪ ਮੋਏ ਕਰਾਂਜਾ। ਕਹਿੰਦੇ ਉਹ ਖੱਪ ਖੱਪਦੇ ਖੱਪਦੇ, ਖੱਪ ਖੱਪ ਮੋਏ ਕਰਾਂਜਾ। ਕਰਾਂਜਾ ਦਾ ਅਰਥ ਕਰੁੱਜ ਕਰੁੱਜ ਕੇ, ਖੁਆਰ ਹੋ ਕੇ ਉਹ ਆਪਣੀ ਜ਼ਿੰਦਗੀ ਬਸਰ ਕਰ ਜਾਂਦੇ ਆ ਨਾਮ ਤੋਂ ਬਿਨਾਂ। ਹੁਣ ਅਗਲਾ ਬਚਨ ਹੈ ਜੀ, ਹਰ ਕੀਰਤ ਕਲ ਯੁਗ ਪਦ ਉਤਮ। ਹਰ ਕੀਰਤ, ਹਰੀ ਦੀ ਕੀਰਤੀ, ਰੱਬ ਦੀ ਕੀਰਤੀ, ਰੱਬ ਦੀ ਸਿਫਤ ਸਲਾਹ। ਕਲ ਯੁਗ ਵਿੱਚ ਪਦ ਉਤਮ, ਇਹਦਾ ਜਿਹੜਾ ਰੁਤਬਾ ਹੈ ਨਾ ਉਹ ਉੱਚਾ ਵਾ। ਰੱਬ ਦੀ ਜਿਹੜੀ ਕੀਰਤੀ ਆ ਇਸ ਕਲ ਯੁਗ ਦੇ ਵਿੱਚ ਧਰਮ ਕਰਮਾਂ ਨਾਲੋਂ ਉੱਤਮ ਆ। ਹਰ ਕੀਰਤ ਕਲ ਯੁਗ ਪਦ ਉਤਮ, ਹਰ ਪਾਈਏ ਸਤਿਗੁਰ ਮਾਝਾ। ਕਹਿੰਦੇ ਨੇ ਹਰ ਪਾਈਏ, ਹਰੀ ਨੂੰ ਪ੍ਰਾਪਤ ਕਰੀਦਾ, ਰੱਬ ਪ੍ਰਾਪਤ ਹੁੰਦਾ ਹੈ। ਸਤਿਗੁਰ ਮਾਝਾ, ਸਤਿਗੁਰੂ ਦੇ ਰਾਹੀਂ ਰੱਬ ਮਿਲਦਾ ਹੈ। ਸਤਿਗੁਰੂ ਦੇ ਰਾਹੀਂ ਸਤਿਗੁਰੂ ਮਿਲਦਾ ਆ ਰੱਬ ਦੀ ਬਖਸ਼ਿਸ਼ ਨਾਲ। ਫਿਰ ਧਿਆਨ ਰੱਖਣਾ, ਗੁਰੂ ਮਿਲਦਾ ਆ ਰੱਬ ਦੀ ਬਖਸ਼ਿਸ਼ ਨਾਲ, ਤੇ ਗੁਰੂ ਦੀ ਬਖਸ਼ਿਸ਼ ਨਾਲ ਫਿਰ ਰੱਬ ਮਿਲਦਾ। ਹੁਣ ਦੇਖੋ, ਪਾਣੀ ਭਾਫ ਬਣ ਕੇ ਗਿਆ, ਪਾਣੀ ਦੀ ਕਿਰਪਾ ਨਾਲ ਬੱਦਲ ਬਣੇ, ਤੇ ਬੱਦਲਾਂ ਦੀ ਕਿਰਪਾ ਨਾਲ ਫਿਰ ਬਰਸਾਤ ਰੂਪ ਵਿੱਚ ਪਾਣੀ ਮਿਲਿਆ। ਇੱਕੋ ਗੱਲ ਹੈ। ਹੁਣ ਸਾਰੀ ਖੇਡ ਤਾਂ ਕਰਤੇ ਦੀ ਹੈ, ਵਾਹਿਗੁਰੂ ਦੀ ਹੈ। ਵਾਹਿਗੁਰੂ ਦੀ ਕਿਰਪਾ ਨਾਲ ਸਤਿਗੁਰੂ ਮਿਲਿਆ, ਤੇ ਸਤਿਗੁਰੂ ਨੇ ਕਿਰਪਾ ਕੀਤੀ ਤੇ ਰੱਬ ਮਿਲ ਗਿਆ। ਤੋ ਸਾਧ ਸੰਗਤ ਹਜ਼ੂਰ ਕਹਿੰਦੇ ਨੇ ਹਰ ਪਾਈਏ ਸਤਿਗੁਰ ਮਾਝਾ, ਹਉ ਬਲਹਾਰੇ ਸਤਿਗੁਰ ਆਪਣੇ। ਮੈਂ ਆਪਣੇ ਸਤਿਗੁਰੂ ਤੋਂ ਬਲਹਾਰੇ ਜਾਵਾਂ। ਹਉ ਬਲਹਾਰੀ, ਮੈਂ ਬਲਹਾਰੇ ਜਾਵਾਂ ਜੀ। ਕਿਸ ਤੋਂ ਜੀ? ਸਤਿਗੁਰੂ ਆਪਣੇ, ਜਿਹੜਾ ਸਾਡਾ ਸਤਿਗੁਰੂ ਆ, ਮੈਂ ਆਪਣੇ ਸਤਿਗੁਰੂ ਤੋਂ ਬਲਹਾਰੇ ਜਾਵਾਂ। ਜਿਨ ਗੁਪਤ ਨਾਮ ਪ੍ਰਗਾਜਾ। ਜਿਸ ਸਤਿਗੁਰੂ ਨੇ ਗੁਪਤ ਨਾਮ ਨੂੰ ਪ੍ਰਗਾਜਾ ਦਾ ਅਰਥ ਪ੍ਰਗਟ ਕਰ ਦਿੱਤਾ। ਮੈਂ ਆਪਣੇ ਸਤਿਗੁਰੂ ਤੋਂ ਵਾਰੇ ਜਾਵਾਂ ਜੀ। ਮੇਰੇ ਅੰਦਰੋਂ ਜਿਹੜਾ ਨਾਮ ਮੇਰੇ ਅੰਦਰ ਹੀ ਸੀਗਾ, ਉਹ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ, ਮੇਰੇ ਅੰਦਰੋਂ ਪ੍ਰਗਟ ਕਰ ਦਿੱਤਾ। ਨਾਮ ਸਾਡੇ ਅੰਦਰ ਆ। ਜਦੋਂ ਨਲਕਾ ਲੱਗਦਾ ਨਹੀਂ ਸਾਧ ਸੰਗਤ, ਮੋਟਰ ਲੱਗਦੀ ਹੈ ਜਦੋਂ, ਸਮਰਸੀਬਲ ਹੁੰਦਾ ਆ ਜਦੋਂ, ਉਹ ਮੋਟਰ ਪਾ ਕੇ ਉਹ ਨਲਕਾ ਜਦੋਂ ਲੱਗਦਾ ਸੀ ਉਹਦੇ ਉੱਪਰ ਪਾਣੀ ਪਾਇਆ ਜਾਂਦਾ ਸੀ, ਤੇ ਉਹਨੂੰ ਘੇੜਨ ਤੋਂ ਬਾਅਦ ਫਿਰ ਪਾਣੀ ਥੱਲਿਓਂ ਪਾਣੀ ਆ ਜਾਂਦਾ ਸੀ। ਨਾਮ ਨੂੰ ਪਹਿਲੋਂ ਉੱਪਰੋਂ ਚਾਲੂ ਕਰੀਏ, ਅੰਦਰੋਂ ਸਾਡੇ ਹਿਰਦੇ ਅੰਦਰੋਂ ਉਹ ਨਾਮ ਚਾਲੂ ਹੋ ਜਾਏ ਕਿਤੇ। ਗੁਰੂ ਕਹਿੰਦੇ ਨੇ ਇਹ ਗੁਰੂ ਦੀ ਕਿਰਪਾ ਨਾਲ ਕਰੀ, ਆਪਣੀ ਹਉਮੈ ਨਾਲ ਨਾ ਕਰੀ ਕਿ ਸਭ ਕੁਝ ਮੈਂ ਹੀ ਕਰ ਲਵਾਂਗਾ। ਨਹੀਂ, ਫਿਰ ਨਹੀਂ ਗੱਲ ਬਣਦੀ। ਗੁਰੂ ਰੱਬ ਦੀ ਕਿਰਪਾ ਵੀ ਤੇਰੀ ਕਿਰਪਾ ਦੇ ਨਾਲ ਵਾਹਿਗੁਰੂ ਇਹ ਨਾਮ ਮੈਂ ਉੱਪਰੋਂ ਚਾਲੂ ਕਰਨ ਲੱਗੇ ਐ, ਤੇ ਕਿਰਪਾ ਕਰੇ ਵੀ ਹੁਣ ਅੰਦਰੋਂ ਵੀ ਨਾਮ ਜਿਹੜਾ ਹੈ ਨਾ ਚਾਲੂ ਹੋ ਜਾਏ। ਸਾਧ ਸੰਗਤ ਗੁਪਤ ਨਾਮ ਪ੍ਰਗਾਜਾ, ਮੇਰੇ ਸਤਿਗੁਰੂ ਨੇ ਮੇਰੇ ਅੰਦਰ ਜਿਹੜਾ ਗੁਪਤ ਨਾਮ ਸੀ ਉਹ ਪ੍ਰਗਟ ਕਰ ਦਿੱਤਾ। ਲੱਕੜੀ ਦੇ ਵਿੱਚ ਤੁਸੀਂ ਵੇਖੋਗੇ ਅੱਗ ਨਹੀਂ ਨਜ਼ਰ ਆਏਗੀ, ਮਸ਼ੀਨਾਂ ਨਾਲ ਦੇਖ ਲਓ, ਖੁਰਦਬੀਨਾਂ ਨਾਲ ਦੇਖ ਲਓ, ਨਹੀਂ ਨਜ਼ਰ ਆਏਗੀ। ਐਕਸਰੇ ਨਾਲ ਕਰ ਲਓ, ਅਲਟਰਾਸਾਊਂਡ ਕਰ ਲਓ, ਅੱਗ ਨਜ਼ਰ ਨਹੀਂ ਆਏਗੀ।
पर जदों ਉਹਨੂੰ ਅੱਗ ਲੱਗਦੀ ਹੈ ਨਾ, ਫਿਰ ਉਸ ਲੱਕੜੀ ਵਿੱਚੋਂ ਅੱਗ ਲੱਟ ਲੱਟ ਬਲਦੀ ਹੈ। ਉਹ ਚੋਂ ਜਿਹੜੀ ਅੱਗ ਹੈ ਨਾ, ਲੱਟ ਲੱਟ ਬਲਦੀ ਹੈ। ਦੁੱਧ ਦਾ ਅਲਟਰਾਸਾਊਂਡ ਕਰ ਲਓ ਜੀ, ਐਕਸਰੇ ਕਰ ਲਓ, ਮਸ਼ੀਨਾਂ 'ਚ ਨਗਾ ਲਓ, ਦੁੱਧ ਦੇ ਵਿੱਚੋਂ ਤੁਹਾਨੂੰ ਦੇਸੀ ਘਿਓ ਦਾ ਇੱਕ ਕਿਣਕਾ ਵੀ ਨਜ਼ਰ ਨਹੀਂ ਆਏਗਾ। ਪਰ ਦੁੱਧ ਵਿੱਚ ਦੇਸੀ ਘਿਓ ਹੈਗਾ ਆ, ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਆ, ਕਮਾਉਣਾ ਪੈਂਦਾ ਹੈ, ਕਰਨਾ ਪੈਂਦਾ ਹੈ। ਉਸ ਦੁੱਧ ਦੇ ਵਿੱਚੋਂ ਘਿਓ ਪ੍ਰਗਟ ਹੋ ਜਾਂਦਾ ਜੀ, ਹੋ ਜਾਂਦਾ। ਤੋ ਸਾਧ ਸੰਗਤ ਆਓ 1-2 ਮਿੰਟ ਵਾਸਤੇ ਵਾਹਿਗੁਰੂ 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 ਤੋ ਸਾਧ ਸੰਗਤ ਇਸ ਤੋਂ ਅੱਗੇ ਹਜ਼ੂਰ ਆਖਦੇ ਨੇ ਦਰਸ਼ਨ ਸਾਧ ਮਿਲਿਓ ਵੱਡ ਭਾਗੇ। ਦਰਸ਼ਨ ਸਾਧ, ਸਾਧ ਦਾ ਦਰਸ਼ਨ, ਸਾਧੂਆਂ ਦਾ ਦਰਸ਼ਨ। ਇੱਥੇ ਸਾਧ ਧੱਦੇ ਨੂੰ ਔਂਕੜ ਨਹੀਂ ਆਇਆ, ਬਹੁਵਚਨ ਹੈ ਗ੍ਰਾਮਰ ਅਨੁਸਾਰ, ਗੁਰਬਾਣੀ ਗ੍ਰਾਮਰ ਅਨੁਸਾਰ। ਕਹਿੰਦੇ ਦਰਸ਼ਨ ਹੋਇਆ ਤੇ ਸਾਧੂ ਜਨਾਂ ਦਾ। ਤੇ ਸਾਧੂ ਜਨ ਕੌਣ ਹੈ ਜੀ? ਸਾਡੇ ਮਨ ਦੇ ਅੰਦਰ ਉਹ ਹੈ ਗੁਣ, ਸਤ ਸੰਤੋਖ ਦਇਆ ਧਰਮ ਜਿਹੜੇ ਨੇ ਇਹ ਸਾਧੂ ਜਨ ਆ। ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਔਗਣ ਨੇ ਇਹ ਦੁਸ਼ਟ ਜਨ ਆ, ਇਹ ਦੁਸ਼ਟ ਜਨ ਆ। ਤੇ ਹਜ਼ੂਰ ਕਹਿੰਦੇ ਨੇ ਦਰਸ਼ਨ ਸਾਧ ਮਿਲਿਓ, ਸਾਧੂਆਂ ਦਾ ਗੁਣਾਂ ਦਾ ਦਰਸ਼ਨ ਅੰਦਰ ਪ੍ਰਾਪਤ ਹੋਇਆ। ਮਿਲਿਓ ਵੱਡ ਭਾਗੀ, ਵੱਡੇ ਭਾਗਾਂ ਨਾਲ, ਵੱਡੇ ਭਾਗਾਂ ਨਾਲ ਅੰਦਰੋਂ ਹੀ ਅੰਦਰ ਮਨ ਅੰਦਰ ਹੀ ਗੁਣਾਂ ਦਾ ਦਰਸ਼ਨ ਹੋਇਆ। ਤੇ ਜਦੋਂ ਦਰਸ਼ਨ ਹੋਇਆ ਨਾ ਗੁਣ ਅੰਦਰ ਆਏ ਨੇ ਸਾਧ ਸੰਗਤ। ਤੇ ਹਜ਼ੂਰ ਕਹਿੰਦੇ ਨੇ ਸਭ ਕਿਲ ਬਿਖ ਗਏ ਗਵਾਜਾ। ਕਹਿੰਦੇ ਸਾਰੇ ਜਿਹੜੇ ਕਿਲਬਿਕ ਸਨ ਭਾਵ ਔਗਣ ਸਨ ਗਏ ਗਵਾਜਾ, ਪਤਾ ਨਹੀਂ ਕਿੱਥੇ ਗਵਾਚ ਗਏ, ਭੱਜ ਕੇ ਚਲੇ ਗਏ, ਗਵਾਚ ਗਏ ਅੰਦਰੋਂ। ਹੁਣ ਇਹ ਅੰਦਰ ਦੀ ਗੱਲ ਸਾਧ ਸੰਗਤ ਕਹਿੰਦੇ ਅੰਦਰੋਂ ਹੀ ਦਰਸ਼ਨ ਹੋਇਆ ਸਾਧੂਆਂ ਦਾ।
ਕਿਹੜੇ ਸਾਧੂ? ਗੁਣ। ਤੇ ਇਹਦਾ ਮਤਲਬ ਅੰਦਰ ਗੁਣ ਆ ਗਏ। ਤੇ ਜਦੋਂ ਅੰਦਰ ਗੁਣ ਆਉਂਦੇ ਆ ਤੇ ਔਗਣ ਪਤਾ ਨਹੀਂ ਕਿੱਥੇ ਭੱਜ ਜਾਂਦੇ ਆ, ਔਗਣ ਚਲੇ ਗਏ, ਅੰਦਰੋਂ ਔਗਣ ਖਤਮ ਹੋ ਗਏ। ਸਭ ਕਿਲ ਬਿਖ ਗਏ ਗਵਾਜਾ, ਗਵਾਜਾ ਦਾ ਅਰਥ ਗਵਾਚ ਗਏ, ਵੀ ਅੰਦਰੋਂ ਹੀ ਅੰਦਰ ਹੀ ਔਗਣ ਗਵਾਚ ਗਏ। ਜਿਹੜੇ ਬੜੇ ਬੋਲਦੇ ਸਨ, ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹਤੇ, ਜਿਹੜੇ ਦੇਹ ਨਾਲ ਰਹਿੰਦੇ ਸੀ ਔਗਣ ਬੜੇ ਬੋਲਦੇ ਸੀ। ਕਿਤੇ ਕਾਮ ਬੋਲਦਾ ਸੀ, ਕ੍ਰੋਧ ਬੋਲਦਾ ਸੀ, ਕਦੇ ਅਹੰਕਾਰ ਬੋਲਦਾ ਸੀ, ਕਦੇ ਲਾਲਚ ਬੋਲਦਾ ਸੀ, ਲੋਭ ਬੋਲਦਾ ਸੀ, ਪਤਾ ਨਹੀਂ ਕਿੱਥੇ ਚਲੇ ਗਏ। बाबा बोलते थे कहाँ गए देही के संग रहते, सुरत माहे, सुरत विच दिमाग विच मन विच, सुरत माहे जो नृत्य करते कथा वार्ता कहते। कहते हुण वो चले गए ते हजूर अगे कहते जी सतगुर शाह पाया वड दाना। कहते जिहड़ा सतगुरु शाह वा ना ਵੱਡਾ, ਵੱਡ ਦਾਣਾ ਦਾ ਅਰਥ ਦਾਨਾ, ਦਾਨਾ ਦਾ ਅਰਥ ਹੁੰਦਾ ਸਿਆਣਾ। ਕਹਿੰਦੇ ਮੈਂ ਸਤਿਗੁਰੂ ਜਿਹੜਾ ਬੜਾ ਸਿਆਣਾ ਸ਼ਾਹ ਆ ਨਾ, ਮੈਂ ਸਤਿਗੁਰੂ ਸ਼ਾਹ ਨੂੰ ਪਾਇਆ। ਸਤਿਗੁਰ ਸ਼ਾਹ ਪਾਇਆ ਵੱਡ ਦਾਣਾ, ਹਰ ਕੀਏ ਬਹੁ ਗੁਣ ਸਾਂਝਾ। ਕਹਿੰਦੇ ਸਤਿਗੁਰੂ ਨੇ ਕੀ ਕੀਤਾ ਜੀ, ਹਰੀ ਦੇ ਜਿਹੜੇ ਗੁਣ ਸਨ ਉਹਨਾਂ ਗੁਣਾਂ ਨਾਲ ਮੇਰੀ ਸਾਂਝ ਬਣਾਈ। ਹਰ ਕੀਏ ਬਹੁ ਗੁਣ ਸਾਂਝਾ, ਸਤਿਗੁਰੂ ਨੇ ਰੱਬ ਦੇ ਗੁਣ ਮੇਰੇ ਨਾਲ ਸਾਂਝੇ ਕੀਤੇ। ਸਾਂਝੇ ਕੀਤੇ ਤੋਂ ਭਾਵ ਮੇਰੀ ਸਾਂਝ ਬਣੀ, ਮੇਰੀ ਗੁਣਾਂ ਨਾਲ ਸਾਂਝ ਬਣੀ, ਮੇਰੀ ਸਾਧੂ ਜਨਾਂ ਨਾਲ ਸਾਂਝ ਬਣੀ। ਹਰ ਕੀਏ ਬਹੁ ਗੁਣ ਸਾਂਝਾ, ਮੇਰੀ ਸਾਂਝ ਜਿਹੜੀ ਆ ਉਹ ਗੁਣਾਂ ਨਾਲ ਬਣਾ ਦਿੱਤੀ। ਇਹ ਸਤਿਗੁਰੂ ਨੇ ਕਿਰਪਾ ਕੀਤੀ। ਨਹੀਂ ਤੇ ਜੇ ਗੁਣਾਂ ਨਾਲ ਸਾਂਝ ਨਹੀਂ ਨਾ ਹੋਏਗੀ ਸਾਧ ਸੰਗਤ, ਫਿਰ ਔਗਣਾਂ ਨਾਲ ਸਾਂਝ ਹੋ ਜਾਏਗੀ ਬੰਦੇ ਦੀ। ਉੱਥੇ ਕਿਸੇ ਸਤਿਗੁਰੂ ਦੀ ਲੋੜ ਨਹੀਂ, ਕਿਸੇ ਸਾਥੀ ਦੀ ਲੋੜ ਨਹੀਂ ਆ। ਔਗਣਾਂ ਦੇ ਨਾਲ ਜਿਹੜੀ ਸਾਂਝ ਆ ਨਾ ਉਹ ਆਟੋਮੈਟਿਕ ਹੀ ਆ। ਪਰ ਗੁਣਾਂ ਨਾਲ ਸਾਂਝ ਬਣਾਉਣ ਵਾਸਤੇ ਗੁਰਬਾਣੀ, ਧਰਮ, ਸਤਿਗੁਰੂ, ਰੱਬ ਦੀ ਕਿਰਪਾ, ਇਹ ਸਾਰਾ ਕੁਝ ਝੋਲੀ ਚ ਪਾਉਣਾ ਪੈਂਦਾ, ਤਾਂ ਗੁਣਾਂ ਨਾਲ ਸਾਂਝ ਬਣਦੀ ਹੈ ਸਾਥ, ਨਹੀਂ ਤੇ ਗੁਣਾਂ ਨਾਲ ਨਹੀਂ। ਜੇ ਚਾਨਣ ਪੈਦਾ ਕਰਨਾ ਹੋਏ ਤੇ ਮਹਿੰਗੀਆਂ ਲਾਈਟਾਂ, ਮਹਿੰਗੀ ਬਿਜਲੀ ਕਰਨੀ ਪੈਂਦੀ ਹੈ ਨਾ, ਪਰ ਜੇ ਹਨੇਰਾ ਕਰਨਾ ਹੋਏ ਤੇ ਲੋੜ ਹੀ ਕੋਈ ਨਹੀਂ, ਹਨੇਰਾ ਤੇ ਆਟੋਮੈਟਿਕ ਹੀ ਹੈ। ਇਸੇ ਤਰ੍ਹਾਂ ਚੰਗਿਆਈ ਕਰਨ ਵਾਸਤੇ ਬੰਦੇ ਨੂੰ ਧਰਮੀ ਬਣਨਾ ਪੈਂਦਾ, ਉਪਰਾਲਾ ਕਰਨਾ ਪੈਂਦਾ, ਉਦਮ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ, ਧਰਮ ਕਮਾਉਣਾ ਪੈਂਦਾ। ਪਰ ਜੇ ਬੁਰਾਈਆਂ ਕਰਨੀਆਂ ਹੋਣ ਤੇ ਕੋਈ ਲੋੜ ਨਹੀਂ ਧਰਮ ਦੀ, ਕੋਈ ਲੋੜ ਨਹੀਂ ਕਿਸੇ ਸ਼ਾਹ ਦੀ, ਕਿਸੇ ਗੁਰੂ ਦੀ, ਕਿਸੇ ਉਸਤਾਦ ਦੀ। ਬੁਰਾਈਆਂ ਤੇ ਬੰਦਾ ਰਸਤੇ ਤੁਰ ਪਏ, ਪਤਾ ਨਹੀਂ ਕਿੱਥੇ ਜਾ ਕੇ ਐਂਡ ਹੋਣਾ, ਕੋਈ ਪਤਾ ਹੀ ਨਹੀਂ। ਜਦੋਂ ਬੰਦਾ ਬੁਰਾਈ ਤੇ ਤੁਰ ਪਏ ਨਾ ਸਾਧ ਸੰਗਤ, ਇਰਾਦਾ ਬਣਾ ਕੇ, ਉਹਦੀ ਕੋਈ ਸੀਮਾ ਨਹੀਂ ਵੀ ਉਹ ਕਿੱਥੋਂ ਤੱਕ ਬੁਰਾਈ ਕਰ ਸਕਦਾ। ਜਦੋਂ ਬੰਦਾ ਆਪਣੇ ਸੁਰਤ ਕਰਕੇ, ਮਨ ਕਰਕੇ, ਆਚਾਰ ਕਰਕੇ ਡਿੱਗਦਾ ਹੈ ਨਾ ਸਾਧ ਸੰਗਤ, ਉਹ ਡਿੱਗਣ ਦੀ ਕੋਈ ਸੀਮਾ ਨਹੀਂ ਵੀ ਉਹਨੇ ਕਿੰਨਾ ਡਿੱਗ ਜਾਣਾ, ਕਿੰਨਾ ਡਿੱਗ ਜਾਏ ਕੋਈ ਪਤਾ ਨਹੀਂ, ਕੋਈ ਐਂਡ ਨਹੀਂ ਉਹਦਾ। ਤੋ ਸਾਧ ਸੰਗਤ ਉੱਪਰ ਉੱਠਣ ਵਾਸਤੇ ਧਰਮੀ ਬਣਨਾ ਪੈਂਦਾ, ਗਮਾਉਣਾ ਪੈਂਦਾ, ਰੱਬ ਰੱਬ ਲੈਣਾ, ਨਾਮ ਲੈਣਾ ਪੈਂਦਾ। ਹਰ ਕੀਏ ਬਹੁ ਗੁਣ ਸਾਂਝਾ, ਜਿਨ ਕੋ ਕਿਰਪਾ ਕਰੇ ਜਗ ਜੀਵਨ। ਜਗ ਜੀਵਨ, ਜਗਤ ਦਾ ਜੀਵਨ ਕੌਣ ਆ? ਪਰਮਾਤਮਾ। ਸਾਰੇ ਜਗਤ ਦਾ ਜੀਵਨ ਦਾਤਾ ਕੌਣ ਆ? ਪਰਮਾਤਮਾ। ਤੇ ਕਹਿੰਦੇ ਨੇ ਜਦੋਂ ਉਸ ਪਰਮਾਤਮਾ ਨੇ ਜਿਨ ਕੋ, ਜਿਹਦੇ ਉੱਤੇ ਕਿਰਪਾ ਕਰੀ, ਕਿਰਪਾ ਕੀਤੀ, ਜਿਨ ਕੋ ਕਿਰਪਾ ਕਰੇ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਕਹਿੰਦੇ ਉਹ ਆਪਣੇ ਮਨ ਵਿੱਚ ਰੱਬ ਦੇ ਨਾਮ ਨੂੰ ਧਾਰਨ ਕਰ ਲੈਂਦਾ, ਮਨ ਮਾਝਾ, ਮਨ ਦੇ ਵਿੱਚ ਧਾਰਨ ਕਰ ਲੈਂਦਾ। ਧਰਮ ਰਾਏ ਦਰ ਕਾਗਦ ਫਾਰੇ। ਕਹਿੰਦੇ ਧਰਮ ਰਾਜ ਫਿਰ ਉਹਨਾਂ ਦੇ ਕਾਗਜ਼, ਉਹਨਾਂ ਦੇ ਲੇਖੇ ਜੋਖੇ ਫਾੜ ਦਿੰਦਾ, ਪਾੜ ਦਿੰਦਾ।
ਉਹਨਾਂ ਦੇ ਲੇਖੇ ਜੋਖੇ ਫਿਰ ਧਰਮ ਰਾਜ ਨਹੀਂ ਵਿਚਾਰਦਾ। ਧਰਮ ਰਾਜ ਕੋਲ ਉਹ ਨਹੀਂ ਜਾਂਦੇ, ਫਿਰ ਉਹਨਾਂ ਦਾ ਸਿੱਧਾ ਹੀ ਸੰਬੰਧ ਸੱਚਖੰਡ ਨਾਲ ਹੋ ਗਿਆ। ਹੁਣ ਉਹ ਧਰਮ ਰਾਜ ਕੋਲ ਕੀ ਕਰਨ ਜਾਣਗੇ? ਜਿਨ੍ਹਾਂ ਦਾ ਸੰਬੰਧ ਰੱਬ ਨਾਲ ਹੋ ਗਿਆ ਉਹ ਛੋਟੇ ਕੋਲ ਕਿਉਂ ਜਾਣਗੇ? ਜਿਹਦਾ ਸੰਬੰਧ ਸਿੱਧਾ ਰੱਬ ਨਾਲ ਹੋ ਗਿਆ, ਸੁਪਰ ਪਾਵਰ ਨਾਲ ਹੋ ਗਿਆ, ਉਹਨਾਂ ਦੇ ਲੇਖੇ ਜੋ ਕਿ ਹੋਰ ਕੌਣ ਪੁੱਛੇਗਾ ਜੀ ਕੋਈ? ਤੇ ਗੁਰੂ ਕਹਿੰਦੇ ਨੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਨ ਨਾਨਕ ਜੀ ਕਹਿੰਦੇ ਆ ਲੇਖਾ ਸਮਝਾ, ਕਹਿੰਦੇ ਉਹਦਾ ਲੇਖਾ ਜੋਖਾ ਸਮਝਾ ਦਾ ਇੱਥੇ ਅਰਥ ਹੈ ਨਿਬੜ ਗਿਆ। ਉਹਦਾ ਲੇਖਾ ਸਾਰਾ ਕਲੀਅਰ ਹੋ ਗਿਆ, ਸਾਫ਼ ਹੋ ਗਿਆ, ਸਾਰੀ ਜਿਹੜਾ ਸੀਗਾ ਭੁਲੇਖਾ ਸੀ ਉਹ ਖਤਮ ਹੋ ਗਿਆ। ਮਤਲਬ ਉਹਦਾ ਲੇਖਾ ਜੋਖਾ ਨਿਬੜ ਗਿਆ। ਧਰਮ ਰਾਜ ਨੇ ਲੇਜਰਾਂ ਪਾੜ ਦਿੱਤੀਆਂ, ਕਾਗਜ਼ ਪਾੜ ਦਿੱਤੇ, ਰਜਿਸਟਰ ਪਾੜ ਦਿੱਤੇ ਲੇਖੇ ਜੋਖੇ ਦੇ। ਉਹਦਾ ਲੇਖਾ ਖਤਮ ਹੋ ਗਿਆ, ਕਲੀਅਰ ਹੋ ਗਿਆ, ਸਾਫ਼ ਕਿਤਾਬ। ਜਨ ਨਾਨਕ ਲੇਖਾ ਸਮਝਾ, ਇਹ ਅੱਜ ਦਾ ਮੁੱਖ ਵਾਕ ਜੀ। ਭੁੱਲਾਂ ਚੁੱਕਾਂ ਦੀ ਖਿਮਾ ਸੰਗਤ ਗੁਰੂ ਪਾਤਸ਼ਾਹ ਬਖਸ਼ਣਯੋਗ ਬਖਸ਼ ਲੈਣਾ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ